ਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਮਾਏ ਨਾਨਕ ਪ੍ਰਭ ਬੇਨਤੀ ਆਪਣੀ ਭਗਤੀ ਆਏ। ਬਹੁ ਸ਼ਾਸਤਰ ਬਹੁ ਸਿਮਰਤੀ ਕੈ ਸਰਬ ਢੰਡੋਲਾ ਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲਾ ਸਕੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਏ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਪਹਿਲਾ। ਸਹਿਜ ਮਿਲੈ ਮਿਲਿਆ ਪਰਵਾਣ ਨਾ ਤਿਸ ਮਰਨ ਨਾ ਸਹਿ ਆਵਣ ਜਾਣ ਠਾਕਰ ਮੈਂ ਦਾਸ ਦਾਸ ਮੈਂ ਸੋਏ ਜਹ ਦੇਖਾਂ ਤਹ ਅਵਰ ਨਾ ਕੋਏ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਸਹਿਜ ਮਿਲੈ ਮਿਲਿਆ ਪਰਵਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਸਤਿਗੁਰੂ ਜੀਆਂ ਨੇ ਅੰਮ੍ਰਿਤ ਵੇਲੇ ਦੇ ਸੁਭਾਗੇ ਸਮੇਂ ਸਾਨੂੰ ਬਖਸ਼ਿਸ਼ ਕੀਤੇ। ਵੱਡਿਆਂ ਭਾਗਾਂ ਵਾਲੇ ਬਣੇ ਆ ਜੋ ਸਤਿਗੁਰਾਂ ਦੀ ਗੁਰਬਾਣੀ ਅੰਮ੍ਰਿਤ ਵੇਲੇ ਤੋਂ ਨਿਤਨੇਮ ਦੇ ਅੰਦਰ ਸਰਵਣ ਕੀਤੀ ਹੈ ਅਤੇ ਫਿਰ ਹਰ ਰੋਜ਼ ਦੇ ਵਾਂਗ ਸ੍ਰੀ ਆਸਾ ਦੀ ਵਾਰ ਸਤਿਗੁਰਾਂ ਦੀ ਪਵਿੱਤਰ ਬਾਣੀ ਕੀਰਤਨ ਦੇ ਰੂਪ ਵਿੱਚ ਸਰਵਣ ਕੀਤੀ ਹੈ। ਇਸ ਵੇਲੇ ਆਪਾਂ ਮਹਾਰਾਜ ਸਾਹਿਬ ਜੀਆਂ ਦੀ ਲੜੀਵਾਰ ਗੁਰਬਾਣੀ ਦੀ ਕਥਾ ਸ਼ਬਦ ਦਰ ਸ਼ਬਦ ਅਸੀਂ ਇੱਕ ਅੰਗ ਤੋਂ ਪ੍ਰਾਰੰਭ ਹੋਏ ਹਾਂ ਅਤੇ ਅੱਜ ਇਹ ਕਥਾ ਵਿਚਾਰ 686 ਅੰਗ ਦੇ ਉੱਪਰ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕਰ ਦਿੱਤੀ ਹੈ। ਤੋ ਇੱਕ ਇੱਕ ਅੰਗ ਕਰਕੇ ਇੱਕ ਇੱਕ ਸ਼ਬਦ ਕਰਕੇ ਆਪਾਂ ਇਹ ਗੁਰਬਾਣੀ ਜੋ ਹੈ ਇਸ ਨੂੰ ਸਰਵਣ ਕਰ ਰਹੇ ਹਾਂ। ਆਓ ਕੁਝ ਸਮੇਂ ਲਈ ਮਨ ਦਾ ਧਿਆਨ ਟਿਕਾਈਏ। ਇਹ ਜੋ ਅਸ਼ਟਪਦੀਆਂ ਦੇ ਸ਼ਬਦ ਨੇ ਇਹ ਵੱਡੇ ਸ਼ਬਦ ਹਨ। 8 ਪੌੜੀਆਂ ਦਾ ਇੱਕ ਸ਼ਬਦ ਮਹਾਰਾਜ ਬਖਸ਼ਿਸ਼ ਕਰਦੇ ਪਏ ਨੇ।
ਸੋ ਇਸ ਕਰਕੇ ਆਪਾਂ ਇਹਨਾਂ ਸ਼ਬਦਾਂ ਦੀ ਕੇਵਲ ਅੱਖਰੀ ਵਿਚਾਰ ਜਿਹੜੀ ਹੈ ਅਰਥਾਂ ਸਮੇਤ ਸਰਵਣ ਕਰਦੇ ਹਾਂ। ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇਹ ਜੋ ਸ਼ਬਦ ਹੈ ਉਹ ਸਾਨੂੰ ਪ੍ਰਾਪਤ ਹੋ ਰਿਹਾ ਹੈ। ਧਨਾਸਰੀ ਰਾਗ ਦੇ ਅੰਦਰ ਇਹ ਪਵਿੱਤਰ ਸ਼ਬਦ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇਹ ਸ਼ਬਦ ਹੈ ਔਰ ਇਸ ਰਾਗ ਨੂੰ ਦਿਨ ਦੇ ਤੀਜੇ ਪਹਿਰ ਗਾਉਣ ਦਾ ਹੁਕਮ ਹੈ। ਐਸੇ ਰਾਗ ਦੇ ਅੰਦਰ ਮਹਾਰਾਜ ਬਖਸ਼ਦੇ ਹਨ। ਸਹਿਜ ਮਿਲਿਆ ਪਰਵਾਨ। ਸਹਿਜ ਨਾਮ ਗਿਆਨ ਦਾ ਹੈ। ਇਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਹੈ। ਦੂਜਾ ਸਹਿਜ ਦਾ ਅਰਥ ਕਰਦੇ ਨੇ ਪਰਮਾਤਮਾ। ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋਇਆ ਹੈ ਉਹੀ ਪਰਮਾਤਮਾ ਨੂੰ ਮਿਲੇ ਹੋਏ ਪ੍ਰਮਾਣਿਕ ਨੇ। ਗਿਆਨ ਤੋਂ ਬਿਨਾਂ ਪਰਮਾਤਮਾ ਨਹੀਂ ਮਿਲੇਗਾ। ਤਾਂ ਹੀ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ। ਇਹ ਗੁਰੂ ਤੋਂ ਬਿਨਾਂ ਮਨ ਦੇ ਅੰਦਰ ਗਿਆਨ, ਮਨ ਦੇ ਅੰਦਰ ਹਨੇਰਾ ਰਹਿੰਦਾ ਹੈ। ਸੂਰਜ ਚੜ੍ਹੇਗਾ, ਚੰਦਰਮਾ ਚੜ੍ਹੇਗਾ, ਧਰਤੀ 'ਤੇ ਰੌਸ਼ਨੀ ਜ਼ਰੂਰ ਕਰੇਗਾ, ਪਰ ਸੂਰਜ ਅਤੇ ਚੰਦਰਮਾ ਦੀ ਰੌਸ਼ਨੀ ਜਿਹੜੀ ਹੈ ਨਾ ਉਹ ਮਨ ਦੇ ਅੰਦਰ ਨਹੀਂ ਜਾਂਦੀ ਹੈ। ਮਨ ਦੇ ਵਿੱਚ ਉਸੇ ਤਰ੍ਹਾਂ ਹੀ ਅਗਿਆਨਤਾ ਦਾ ਹਨੇਰਾ ਰਹਿੰਦਾ ਹੈ। ਸਤਿਗੁਰੂ ਬਖਸ਼ਦੇ ਕਹਿਣ ਲੱਗੇ, ਗੁਰੂ ਇਹੋ ਜਿਹਾ ਸੂਰਜ ਹੈ ਜਿਹੜਾ ਤੇਰੇ ਮਨ ਦੇ ਅੰਦਰ ਪ੍ਰਕਾਸ਼ ਕਰ ਦਿੰਦਾ, ਤੇਰੇ ਮਨ ਦੇ ਵਿੱਚ ਗਿਆਨ ਬਖਸ਼ਿਸ਼ ਕਰ ਦਿੰਦਾ। ਜਿਹੜਾ ਗੁਰੂ ਸ਼ਬਦ ਆਪਾਂ ਪੜ੍ਹਦੇ ਹਾਂ ਉਹਦਾ ਭਾਵ ਵੀ ਗੁਰਮੁਖੋ ਇਹ ਹੈ, ਗੋ ਨਾਮ ਹਨੇਰੇ ਦਾ ਹੀ ਹੈ ਅਤੇ ਰੂ ਨਾਮ ਗੁਰਮੁਖੋ ਪ੍ਰਕਾਸ਼ ਦਾ ਹੈ। ਜਿਹੜਾ ਤੇਰੇ ਮਨ ਦੇ ਹਨੇਰੇ ਨੂੰ ਦੂਰ ਕਰਕੇ ਪ੍ਰਕਾਸ਼ ਕਰ ਦੇਵੇ ਉਹਨੂੰ ਕਿਹਾ ਜਾਂਦਾ ਗੁਰੂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਹਿਜ ਮਿਲੈ। ਸਹਿਜ ਤੋਂ ਭਾਵ ਜਿਹੜਾ ਗਿਆਨ ਨੂੰ ਆ ਕੇ ਪ੍ਰਾਪਤ ਹੁੰਦਾ। ਜਿਹਨੂੰ ਗਿਆਨ ਪ੍ਰਾਪਤ ਹੋਇਆ, ਤੇ ਗਿਆਨ ਕਿੱਥੋਂ ਪ੍ਰਾਪਤ ਹੋਇਆ? ਗੁਰੂ ਦੇ ਕੋਲ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ ਹੈ। ਸਹਿਜ ਮਿਲੈ, ਜਿਹੜੇ ਸਹਿਜ ਕਹੀਏ ਗਿਆਨ ਨੂੰ ਪ੍ਰਾਪਤ ਹੋਏ, ਤੇ ਗਿਆਨ ਮਿਲਣਾ ਗੁਰੂ ਦੇ ਕੋਲੋਂ। ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ, ਉਹ ਫਿਰ ਪਰਮਾਤਮਾ ਨੂੰ ਮਿਲੇ ਹੋਏ ਪ੍ਰਮਾਣਿਕ ਨੇ। ਪਰਮਾਤਮਾ ਨੂੰ ਮਿਲਦੇ ਵੀ ਉਹ ਨੇ, ਉਹ ਪ੍ਰਮਾਣਿਕ ਨੇ, ਉਹ ਸਫਲੇ ਨੇ ਜਿਹੜੇ ਸਹਿਜ ਨੂੰ ਪ੍ਰਾਪਤ ਹੋ ਕੇ, ਗਿਆਨ ਨੂੰ ਪ੍ਰਾਪਤ ਹੋ ਕੇ ਪਰਮਾਤਮਾ ਨੂੰ ਪ੍ਰਾਪਤ ਹੁੰਦੇ। ਫਿਰ ਮਹਾਰਾਜ ਬਖਸ਼ਦੇ ਹਨ। ਸਹਿਜ ਮਿਲਿਆ ਪਰਵਾਨ। ਗੁਰਮੁਖੋ ਸਹਿਜ ਨਾਮ ਸ਼ਾਂਤੀ ਇਤਿਆਦਿਕ ਗੁਣਾਂ ਦਾ ਵੀ ਹੈ। ਜਿਵੇਂ ਸਤ ਹੈ, ਸੰਤੋਖ ਹੈ, ਸ਼ਾਂਤੀ ਹੈ, ਮਨ ਦਾ ਟਿਕਾ ਹੈ, ਮਨ ਦੀ ਇਕਾਗਰਤਾ ਹੈ, ਇਹ ਜਿਹੜੇ ਗੁਣ ਨੇ ਨਾ, ਜਿਹਨੂੰ ਇਹ ਗੁਣ ਮਿਲੇ ਨੇ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਪ੍ਰਮਾਣਿਕ ਪਰਮਾਤਮਾ ਨੂੰ ਮਿਲ ਗਿਆ ਹੈ। ਜਿਹਦੇ ਕੋਲ ਸ਼ਾਂਤੀ ਦਾ ਗੁਣ ਆ ਗਿਆ ਨਾ, ਸਹਿਜ ਦਾ ਗੁਣ ਆ ਗਿਆ, ਧੀਰਜ ਦਾ ਗੁਣ ਆ ਗਿਆ, ਨਿਮਰਤਾ ਦਾ ਗੁਣ ਆ ਗਿਆ, ਜਿਹਦੇ ਕੋਲ ਪਿਆਰ ਦਾ ਗੁਣ ਆ ਗਿਆ, ਪਾਤਸ਼ਾਹ ਕਹਿਣ ਲੱਗੇ ਐਸੇ ਜਿਹੜੇ ਗੁਣੀ ਪੁਰਸ਼ ਨੇ ਉਹ ਪ੍ਰਮਾਣਿਕ ਪਰਮਾਤਮਾ ਨੂੰ ਮਿਲ ਜਾਂਦੇ ਨੇ, ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਨਾ ਤਿਸ ਮਰਨ ਨਾ ਆਵਣ ਜਾਣ। ਫਿਰ ਉਹਨਾਂ ਨੂੰ ਮਰਨ ਦਾ ਦੁੱਖ ਨਹੀਂ ਹੁੰਦਾ। ਨਾ ਤਿਸ ਮਰਨ ਤੋਂ ਭਾਵ ਲੈ ਲੈਣਾ ਵੀ ਉਹਨੂੰ ਮਰਨ ਦਾ ਦੁੱਖ ਨਹੀਂ ਹੁੰਦਾ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ। ਜਦੋਂ ਨਿਮਾਣੀ ਜਿੰਦ ਵਿਚਾਰੀ ਜਿੰਦ ਨੂੰ ਕੱਢਿਆ ਜਾਂਦਾ ਨਾ ਸਰੀਰ ਵਿੱਚੋਂ, ਤੇ ਜਮ ਆ ਕੇ ਸਰੀਰ ਦੀਆਂ ਹੱਡੀਆਂ ਤੋੜ ਕੇ ਤੇ ਵਿੱਚੋਂ ਜਿੰਦ ਕੱਢੀ ਜਾਂਦੀ ਹੈ। ਜਿਵੇਂ ਕੋਈ ਪਿੰਜਰੇ ਦੇ ਵਿੱਚ ਕੈਦ ਹੋਵੇ ਤੇ ਪਿੰਜਰਾ ਤੋੜਨਾ ਪਵੇਗਾ ਨਾ, ਪਿੰਜਰੇ ਦੀਆਂ ਸਲਾਖਾਂ ਤੋੜਨੀਆਂ ਪੈਣਗੀਆਂ, ਫਿਰ ਵਿੱਚੋਂ ਕਿਸੇ ਨੂੰ ਕੱਢਿਆ ਜਾ ਸਕਦਾ। ਇਹ ਸਰੀਰ ਵੀ ਗੁਰਮੁਖੋ ਪਿੰਜਰਾ ਹੀ ਹੈ, ਇਹਦੇ ਵਿੱਚੋਂ ਹੁਣ ਜਿੰਦ ਕੱਢਣੀ ਹੈ
ਆਤਮਾ ਕੱਢਣੀ ਹੈ ਤੇ ਜਮਾਂ ਨੂੰ ਸਰੀਰ ਦਾ ਪਿੰਜਰਾ ਤੋੜਨਾ ਪੈਂਦਾ, ਹੱਡੀਆਂ ਤੋੜ ਕੇ ਫਿਰ ਆਤਮਾ ਨੂੰ ਵੱਖਰਾ ਕਰਦਾ। ਤੇ ਹੱਡੀਆਂ ਟੁੱਟਣ ਦਾ ਦੁੱਖ ਬੜਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ ਮਨਮੁਖਾਂ ਦੀ ਮੌਤ, ਜਿਨ੍ਹਾਂ ਨੂੰ ਜੰਮ ਮਿਲਦੇ ਤੇ ਹੱਡੀਆਂ ਤੋੜ ਕੇ ਜਾਨ ਕੱਢਦੇ। ਗੁਰਮੁਖਾਂ ਦੀ ਮੌਤ ਬੜੀ ਸੁਖਾਲੀ ਹੈ, ਉਹਨਾਂ ਨੂੰ ਵਾਸਤੇ ਜੰਮ ਨਹੀਂ ਆਉਂਦੇ। ਉਹ ਤੇ ਆਪਣੇ ਸਰੀਰ ਨੂੰ ਇਸ ਤਰ੍ਹਾਂ ਛੱਡ ਕੇ ਪਰੇ ਹੋ ਜਾਂਦੇ ਜਿਵੇਂ ਸੱਪ ਕੁੰਝ ਲਾ ਦਿੰਦਾ ਨਾ, ਸੱਪ ਦੇ ਉੱਪਰ ਕੁੰਝ ਹੈ ਤੇ ਤੁਰਿਆ ਜਾਂਦਾ ਸੱਪ ਕਿਸੇ ਕੰਡੇ ਦੇ ਨਾਲ ਕਿਸੇ ਪੱਥਰ ਦੇ ਨਾਲ ਖਹਿ ਗਿਆ ਤੇ ਕੁੰਝ ਵੱਖਰੀ ਹੋ ਗਈ, ਸੱਪ ਅੱਗੇ ਨਿਕਲ ਗਿਆ। ਗੁਰਮੁਖਾਂ ਦਾ ਸਰੀਰ ਛੱਡਣਾ ਤੇ ਸੱਪ ਦੀ ਕੁੰਝ ਦੇ ਵਾਂਗ ਹੈ, ਉਹਨਾਂ ਨੂੰ ਸਰੀਰ ਛੱਡਣ ਦਾ ਦੁੱਖ ਹੀ ਨਹੀਂ ਹੁੰਦਾ, ਉਹ ਦੁੱਖ ਦੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਸਰੀਰ ਛੱਡਣ ਦਾ ਵੀ ਦੁੱਖ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾ ਤੇ ਸਮਰਨ, ਜਿਨ੍ਹਾਂ ਨੂੰ ਸਹਿਜ ਮਿਲ ਗਿਆ, ਸ਼ਾਂਤੀ ਮਿਲ ਗਈ, ਉਹਨਾਂ ਨੂੰ ਮਰਨ ਦਾ ਦੁੱਖ ਨਹੀਂ ਜੇ ਹੁੰਦਾ, ਨਾ ਉਹ ਮਰਨ ਵੇਲੇ ਦੁਖੀ ਹੁੰਦੇ। ਦੁਨੀਆ ਦੇ ਲੋਕ ਤੇ ਮਰਨ ਵੇਲੇ ਦੁਖੀ ਹੁੰਦੇ ਨੇ ਜਾਂ ਦੁਖੀ ਹੋ ਕੇ ਮਰਦੇ ਨੇ, ਗੁਰਮੁਖ ਨਹੀਂ। ਉਹ ਤੇ ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਦੇ। ਰੱਬ ਦਿਆਂ ਭਗਤਾਂ ਦੀ ਤੇ ਕਥਾ ਕਹਾਣੀਆਂ ਹੈ ਹੀ ਵੱਖਰੀਆਂ। ਨਾ ਉਹ ਦੁੱਖ ਕਰਕੇ ਮਰਦੇ ਔਰ ਨਾ ਉਹਨਾਂ ਨੂੰ ਮਰਨ ਵੇਲੇ ਦੁੱਖ ਹੁੰਦਾ। ਆਪਣੀ ਮੌਜ ਨਾਲ ਜਦੋਂ ਮਰਜੀ ਸੁਤੇ ਸਿੱਧ ਉਹ ਸਰੀਰ ਛੱਡ ਕੇ ਚਲੇ ਜਾਂਦੇ। ਨਾ ਤੇ ਸਮਰਨ, ਨਾ ਆਵਣ ਜਾਣ, ਨਾ ਉਹਨਾਂ ਨੂੰ ਜੰਮ ਕੇ ਆਉਣਾ ਪੈਂਦਾ, ਨਾ ਉਹਨਾਂ ਨੂੰ ਮਰ ਕੇ ਜਾਣਾ ਪੈਂਦਾ। ਨਾ ਉਹ ਜੰਮ ਕੇ ਆਉਣ ਦੁਨੀਆ ਵਿੱਚ, ਜੇ ਜੰਮ ਕੇ ਆਏ ਨਹੀਂ ਤੇ ਫਿਰ ਮਰ ਕੇ ਵੀ ਕਿੱਥੇ ਜਾਣਾ ਹੈ। ਮਰਨਾ ਵੀ ਉਹਦਾ ਹੁੰਦਾ ਜਿਹਦਾ ਜਨਮ ਹੋਇਆ, ਜਿਹਦਾ ਜਨਮ ਹੀ ਨਹੀਂ ਹੋਇਆ ਉਹਦਾ ਮਰਨਾ ਵੀ ਨਹੀਂ ਹੋਵੇਗਾ। ਮਹਾਰਾਜ ਕਹਿਣ ਲੱਗੇ ਐਸੇ ਪ੍ਰਮਾਤਮਾ ਦੇ ਪਿਆਰੇ ਗੁਰਮੁਖ ਹਨ। ਠਾਕਰ ਮੈਂ ਦਾਸ, ਦਾਸ ਮਹਿ ਸੋਏ। ਉਹ ਜੋ ਠਾਕੁਰ ਪ੍ਰਮਾਤਮਾ ਹੈ ਨਾ, ਉਹ ਪ੍ਰਮਾਤਮਾ ਦਾਸ ਰੂਪ ਹੋ ਰਿਹਾ ਹੈ, ਆਪਣੇ ਦਾਸਾਂ ਵਿੱਚ ਉਹ ਬੈਠਾ ਹੈ। ਪਰਮਾਤਮਾ ਹੀ ਸੇਵਕ ਰੂਪ ਹੈ ਤੇ ਦਾਸ ਮੈਂ ਸੋਏ। ਉਹ ਜਿਹੜਾ ਦਾਸ ਹੈ ਉਹ ਪਰਮਾਤਮਾ ਦਾ ਰੂਪ ਹੈ। ਪਰਮਾਤਮਾ ਕਹਿ ਲਈਏ ਸੇਵਕ ਦਾ ਰੂਪ ਤੇ ਸੇਵਕ ਕਹਿ ਲਈਏ ਪਰਮਾਤਮਾ ਦਾ ਰੂਪ, ਦਾਣੇ ਪੇਟੇ ਦੇ ਵਾਂਗ। ਮਹਾਰਾਜ ਕਹਿਣ ਲੱਗੇ ਖਾਲਕ ਖਲਕ, ਖਲਕ ਮੈਂ ਖਾਲਕ। ਪਰਮਾਤਮਾ ਦੁਨੀਆ ਦੇ ਵਿੱਚ ਹੈ, ਦੁਨੀਆ ਪਰਮਾਤਮਾ ਦੇ ਵਿੱਚ ਹੈ, ਦੋਨੇ ਇੱਕ ਦੂਜੇ ਤੋਂ ਵੱਖਰੇ ਕੋਈ ਨਹੀਂ। ਖਾਲਕ ਖਲਕ, ਜਿਹੜਾ ਖਾਲਕ ਪਰਮਾਤਮਾ ਹੈ ਉਹ ਖਲਕਤ ਦੇ ਵਿੱਚ ਵਸਦਾ। ਖਲਕ ਮੈਂ ਖਾਲਕ, ਜਿਹੜੀ ਇਹ ਖਲਕਤ ਹੈ ਪਰਮਾਤਮਾ ਵਿੱਚ ਵਸਦੀ ਹੈ, ਇੱਕੋ ਹੀ ਹੈ, ਫਰਕ ਕੋਈ ਨਹੀਂ। ਠਾਕੁਰ ਮੈਂ ਦਾਸ, ਦਾਸ ਮੈਂ ਸੋਏ। ਉਹ ਜੋ ਠਾਕੁਰ ਪਰਮਾਤਮਾ ਹੈ ਉਹ ਦਾਸਾਂ ਦੇ ਵਿੱਚ ਵਸਦਾ ਪਿਆ, ਦਾਸ ਰੂਪ ਹੋ ਰਿਹਾ ਹੈ। ਤੇ ਜਿਹੜੇ ਦਾਸ ਨੇ ਉਹ ਠਾਕੁਰ ਦਾ ਰੂਪ ਹੋ ਗਏ, ਉਹਦਾ ਸਰੂਪ ਬਣ ਜਾਂਦੇ ਹਨ। ਜੈ ਦੇਖਾ ਤਹ ਅਵਰ ਨ ਕੋਏ। ਉਹ ਗੁਰਮੁਖ ਜਿੱਥੇ ਵੀ ਦੇਖਦੇ ਨੇ ਕਹਿਣ ਲੱਗੇ ਪਰਮਾਤਮਾ ਤੇਰੇ ਬਿਨਾ ਕੋਈ ਦੂਜਾ ਹੈ ਹੀ ਨਹੀਂ। ਪਰ ਇਹ ਉਹਨਾਂ ਨੇ ਆਖਿਆ ਜਿਹੜੇ ਪਰਮਾਤਮਾ ਦਾ ਰੂਪ ਹੋ ਗਏ। ਹਰ ਹਰ ਜਨ ਦੋਈ ਏਕ ਹੈ। ਰੱਬ ਅਤੇ ਰੱਬ ਦਾ ਪਿਆਰਾ ਦੋਨੇ ਹੀ ਇੱਕ ਨੇ। ਹਰ ਨਾਮ ਪਰਮਾਤਮਾ ਦਾ, ਹਰ ਜਨ ਨਾਮ ਭਗਤ ਦਾ। ਹਰ ਹਰ ਜਨ, ਹਰੀ ਪਰਮਾਤਮਾ ਤੇ ਪਰਮਾਤਮਾ ਦਾ ਭਗਤ ਦੋਏ ਏਕ ਹੈ, ਦੋਵੇਂ ਇੱਕੋ ਹੀ ਨੇ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਪੁਕਾਰ। ਇਹ ਗੁਰਬਾਣੀ ਦੇ ਪ੍ਰਮਾਣ ਨੇ ਵੀ ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ ਉਹ ਸੰਤ ਇਹ ਗੱਲ ਕਹਿੰਦੇ ਪਰਮਾਤਮਾ ਤੂੰ ਸਾਰਿਆਂ ਵਿੱਚ ਹੈ। ਜੈ ਦੇਖਾਂ ਤਹਿ ਅਵਰ ਨ ਕੋਏ। ਗੁਰਮੁਖ ਇਹ ਗੱਲ ਕਹਿੰਦੇ ਪਰਮਾਤਮਾ ਜਿੱਥੇ ਤੈਨੂੰ ਵੇਖ ਲਈਏ ਤੇਰੇ ਬਿਨਾ ਕੋਈ ਦੂਜਾ ਨਹੀਂ ਹੈ। ਗੁਰਮੁਖ ਭਗਤ ਸਹਿਜ ਘਰ ਪਾਈਐ। ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਦੇ ਦੁਆਰਾ ਭਗਤੀ ਨੂੰ ਪ੍ਰਾਪਤ ਕੀਤਾ ਹੈ, ਐਸੇ ਜਿਹੜੇ ਗੁਰਮੁਖ ਭਗਤੀ ਕਰਕੇ ਸਹਿਜ ਘਰ ਪਾਈਐ। ਸਹਿਜ ਤੋਂ ਭਾਵ ਗੁਰਮੁਖੋ ਗਿਆਨ, ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਤੇ ਫਿਰ ਅੰਤःਕਰਨ ਦੇ ਅੰਦਰ ਮੁਖੀ ਪਰਮਾਤਮਾ ਨੂੰ ਮਿਲ ਜਾਂਦੇ। ਗੁਰਮੁਖ ਸ਼ਬਦ ਆ ਗਿਆ ਨਾ, ਗੁਰ ਤੋਂ ਭਾਵ ਲੈ ਲੈਣਾ ਗੁਰੂ। ਗੁਰੂ ਦੇ ਦੁਆਰਾ ਉਹਨਾਂ ਨੇ ਭਗਤੀ ਕੀਤੀ ਹੈ ਤੇ ਭਗਤੀ ਦੇ ਨਾਲ ਮਿਲ ਗਿਆ ਸਹਿਜ ਗਿਆਨ। ਜਦੋਂ ਗਿਆਨ ਨੂੰ ਪ੍ਰਾਪਤ ਹੋਏ ਤੇ ਘਰ ਕਹੀਏ ਅੰਤःਕਰਨ। ਅੰਤःਕਰਨ ਦੇ ਵਿੱਚ ਮੁਖ ਪਾਈਏ।
ਮੁਖੀ ਪ੍ਰਮਾਤਮਾ ਪਾ ਲਈਦਾ, ਹਿਰਦੇ ਵਿੱਚ ਪ੍ਰਮਾਤਮਾ ਫਿਰ ਮਿਲ ਜਾਂਦਾ ਹੈ। ਬਿਨ ਗੁਰ ਭੇਟੇ ਮਰ ਆਈਏ ਪਰ ਜਾਈਏ। ਗੁਰਮੁਖੋ ਜਿੰਨਾ ਚਿਰ ਗੁਰੂ ਨਹੀਂ ਨਾ ਮਿਲਦਾ ਆ ਕੇ, ਜਿੰਨਾ ਚਿਰ ਗੁਰੂ ਨੂੰ ਨਹੀਂ ਮਿਲਦੇ ਆਪਾਂ, ਉਨਾ ਚਿਰ ਮਰ ਆਈਏ, ਮਰ ਕੇ ਜਾਵਾਂਗੇ, ਫਿਰ ਦੁਬਾਰਾ ਇੱਥੇ ਆਈਏ ਆਉਣਾ ਪਵੇਗਾ। ਜਦੋਂ ਆਵਾਂਗੇ ਫਿਰ ਜਾਈਏ, ਫਿਰ ਇੱਥੋਂ ਮਰ ਕੇ ਜਾਣਾ ਪਵੇਗਾ। ਗੁਰੂ ਤੋਂ ਬਿਨਾਂ ਵਾਰ-ਵਾਰ ਜੰਮਣਾ ਪਵੇਗਾ, ਵਾਰ-ਵਾਰ ਮਰਨਾ ਪਵੇਗਾ, ਵਾਰ-ਵਾਰ ਦੁਨੀਆ 'ਚ ਆਉਣਾ ਪਵੇਗਾ, ਵਾਰ-ਵਾਰ ਦੁਨੀਆ ਤੋਂ ਜਾਣਾ ਪਵੇਗਾ। ਆਪਾਂ ਇਹ ਗੱਲ ਕਹਿ ਦਿੰਦੇ ਮੈਂ ਬੜਾ ਸਿਆਣਾ, ਮੈਨੂੰ ਬੜਾ ਗਿਆਨ, ਮੈਂ ਬੜਾ ਧਾਰਮਿਕ, ਮੈਨੂੰ ਤੇ ਗੁਰੂ ਬਣਾਉਣ ਦੀ ਲੋੜ ਹੀ ਨਹੀਂ ਹੈ। ਪਰ ਗੁਰਮੁਖਾ ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਦਾ, ਉਨਾ ਚਿਰ ਜਨਮ ਲੈ ਕੇ ਵੀ ਆਉਣਾ ਪੈਣਾ, ਮਰ ਕੇ ਵੀ ਜਾਣਾ ਪੈਣਾ। ਗੁਰੂ ਨੇ ਬਾਂਹ ਕੋਈ ਨਹੀਂ ਫੜਨੀ। ਤੇ ਗੁਰੂ ਨੂੰ ਬਣਾਉਣ ਵਾਸਤੇ ਇਹ ਨਾ ਸੋਚੀ ਵੀ ਇਕੱਲਾ ਮੱਥਾ ਟੇਕ ਲਿਆ ਤੇ ਗੁਰੂ ਬਣ ਗਿਆ। ਮੱਥਾ ਟੇਕਣ ਵਾਲੇ ਤੇ ਮਹਾਰਾਜ ਕਹਿਣ ਲੱਗੇ ਸੇਵਕ ਸਿੱਖ ਪੂਜਨ ਸਹਿ ਆਵੈ ਸਭ ਗਾਵੈ ਹਰ ਹਰ ਊਤਮ ਬਾਣੀ। ਮੱਥਾ ਟੇਕਣ ਵਾਲੇ ਤੇ ਬੜੇ ਆਉਂਦੇ ਨੇ, ਜਿਹਨੇ ਪਾਪ ਕਰਨਾ ਉਹ ਵੀ ਆਉਂਦਾ, ਠੱਗੀ ਮਾਰਨ ਵਾਲਾ ਵੀ ਆਉਂਦਾ, ਨਿੰਦਿਆ ਤੇ ਝੂਠ ਬੋਲਣ ਵਾਲਾ ਵੀ ਆਉਂਦਾ, ਜਿਹਨੇ ਕਿਸੇ ਦੀ ਹੱਤਿਆ ਕਰਨ ਜਾਣਾ ਉਹ ਵੀ ਆਉਂਦਾ, ਆ ਕੇ ਮੱਥਾ ਟੇਕਦਾ ਵੀ ਹੱਤਿਆ ਕਰਨ ਚੱਲਿਆ ਮੈਂ ਕਰ ਜਾਵਾਂ। ਜਿਹਨੇ ਚੋਰੀ ਕਰਨ ਜਾਣਾ ਉਹ ਵੀ ਆ ਕੇ ਮੱਥਾ ਟੇਕਦਾ ਵੀ ਮੱਥਾ ਟੇਕਾਂ ਫਿਰ ਚੋਰੀ ਕਰਨ ਨੂੰ ਤੁਰਾਂ। ਮੱਥਾ ਟੇਕਣ ਵਾਲੇ ਤੇ ਬੜੇ ਆਉਂਦੇ, ਪਰ ਮੱਥਾ ਟੇਕ ਕੇ ਨਾ ਸਮਝੀ ਵੀ ਮੈਂ ਮੱਥਾ ਟੇਕ ਲਿਆ ਤੇ ਗੁਰੂ ਵਾਲਾ ਬਣ ਗਿਆ। ਨਹੀਂ, ਗੁਰੂ ਵਾਲਾ ਬਣਨ ਵਾਸਤੇ ਗੁਰੂ ਦੀ ਇੱਕ ਪਰੰਪਰਾ ਹੈ, ਇੱਕ ਮਰਿਆਦਾ ਹੈ। ਉਹ ਮਰਿਆਦਾ ਦੇ ਵਿੱਚ ਆ ਕੇ ਗੁਰੂ ਪ੍ਰਾਪਤ ਹੁੰਦਾ। ਧੰਨ ਦਸਵੇਂ ਪਾਤਸ਼ਾਹ ਮਹਾਰਾਜ ਨੇ ਉਹ ਮਰਿਆਦਾ ਬੱਧੀ ਹੈ ਅੰਮ੍ਰਿਤ ਛਕਣ ਦੀ। ਅੰਮ੍ਰਿਤ ਛਕ ਕੇ ਪੰਜਾਂ ਪਿਆਰਿਆਂ ਦੇ ਕੋਲੋਂ ਜਦੋਂ ਇਹ ਕਿਰਿਆ ਨੂੰ ਕਰੇਗਾ, ਇਹ ਮਰਿਆਦਾ ਨੂੰ ਅਪਣਾਵੇਗਾ ਤਾਂ ਗੁਰੂ ਵਾਲਾ ਬਣੇਗਾ। ਉਹਨਾਂ ਚਿਰ ਨਹੀਂ ਉਹ ਬਣਿਆ ਜਾਣਾ। ਕੇਵਲ ਮੱਥਾ ਟੇਕਣ ਨਾਲ ਗੁਰੂ ਨਹੀਂ ਉਹ ਮਿਲ ਜਾਂਦਾ। ਇਹ ਅਸੀਂ ਬਚਨ ਵੱਲ ਖਾਸ ਧਿਆਨ ਰੱਖਣਾ ਹੈ। ਕੇਵਲ ਮੱਥਾ ਟੇਕਣ ਤੱਕ ਸੀਮਤ ਨਾ ਰਹੀਏ, ਇਸ ਤੋਂ ਅੱਗੇ ਵੱਧ ਕੇ ਗੁਰੂ ਵਾਲੇ ਵੀ ਬਣ ਜਾਈਏ, ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰ ਲਈਏ। ਉਹ ਵਿਚਾਰ ਮਹਾਰਾਜ ਕਹਿਣ ਲੱਗੇ ਬਿਨ ਗੁਰ ਭੇਟੇ, ਜਿੰਨਾ ਚਿਰ ਪੂਰੇ ਗੁਰੂ ਨੂੰ ਭੇਟੇ ਕਹੀਏ ਮਿਲਦਾ ਨਹੀਂ ਨਾ। ਮਰ ਆਈਏ ਜਾਈਏ, ਉਹਨਾਂ ਚਿਰ ਮਰ ਕੇ ਜਾਣਾ ਪਵੇਗਾ, ਜੰਮ ਕੇ ਆਉਣਾ ਪੈਂਦਾ ਹੈ। ਰਹਾਓ ਸੋ ਗੁਰ ਕਰੋ ਜੇ ਸਾਚ ਦ੍ਰਿੜਾਵੈ। ਗੁਰੂ ਉਹਨੂੰ ਬਣਾਓ ਜਿਹੜਾ ਸੱਚ ਨਾਮ ਨੂੰ ਦ੍ਰਿੜ ਕਰਵਾਵੇ। ਗੁਰੂ ਇਹੋ ਜਿਹਾ ਨਾ ਹੋਵੇ ਵੀ ਆਖੇ ਮੇਰੇ ਘਰ ਦੇ ਕੰਮ ਕਰੀ ਚੱਲੋ, ਮੇਰੇ ਕੋਲ ਆ ਜਾਓ। ਅੱਜ ਕੱਲ੍ਹ ਬੜੇ ਪਖੰਡੀ ਗੁਰੂ ਬਣੇ ਫਿਰਦੇ ਦੁਨੀਆ ਤੇ, ਆਪੋ ਆਪਣੇ ਡੇਰੇ ਬਣਾ ਲਿਆ, ਡੇਰਿਆਂ ਵਿੱਚ ਲੋਕਾਂ ਨੂੰ ਨੌਕਰ ਰੱਖ ਲਿਆ। ਆਪਣਾ ਕੰਮ ਕਾਰ ਛੱਡ ਕੇ ਆਓ, ਮੇਰੇ ਡੇਰੇ ਵਿੱਚ ਆ ਕੇ ਨੌਕਰ ਲੱਗ ਜਾਓ। ਨਹੀਂ, ਐਸਾ ਨਹੀਂ ਗੁਰੂ ਬਣਾਉਣਾ ਹੈ। ਗੁਰੂ ਉਹ ਬਣਾਉਣਾ ਹੈ ਸੋ ਗੁਰ ਕਰੋ। ਗੁਰੂ ਉਹ ਕਰੋ, ਗੁਰੂ ਉਹ ਬਣਾਓ ਜੇ ਸਾਚ ਦ੍ਰਿੜਾਵੈ, ਜਿਹੜਾ ਸੱਚ ਨਾਮ ਦ੍ਰਿੜ ਕਰਵਾਵੇ, ਜਿਹੜਾ ਨਾਮ ਜਪਾਵੇ, ਮੁਕਤ ਕਰਾਵੇ। ਐਸੇ ਗੁਰੂ ਨੂੰ ਗੁਰੂ ਬਣਾਉਣਾ ਕਰ। ਅਕਥ ਕਥਾਵੈ ਸ਼ਬਦ ਮਿਲਾਵੈ। ਜਿਹੜਾ ਅਕਥ ਪਰਮਾਤਮਾ ਹੈ, ਕਥਾਵੈ ਉਹਦੀਆਂ ਕਥਾ ਕਹਾਣੀਆਂ ਸਾਨੂੰ ਸੁਣਾਵੇ। ਜਾਂ ਨਾ ਜਿਹੜਾ ਕਥਿਆ ਜਾਣ ਵਾਲਾ ਪਰਮਾਤਮਾ ਹੈ ਉਹਦਾ ਕਥਨ ਕਰਕੇ ਸਾਨੂੰ ਸੁਣਾਵੇ, ਉਹਦਾ ਵਿਖਿਆਨ ਕਰਕੇ ਸਾਨੂੰ ਸੁਣਾਵੇ। ਤੇ ਸ਼ਬਦ ਮਿਲਾਵੇ, ਸ਼ਬਦ ਨਾਮ ਬ੍ਰਹਮ ਦਾ ਸਾਨੂੰ ਬ੍ਰਹਮ ਦੇ ਨਾਲ ਮਿਲਾ ਦੇਵੇ, ਜੋੜ ਦੇਣਾ ਕਰੇ। ਹਰ ਕੇ ਲੋਗ ਅਵਰ ਨਹੀਂ ਕਾਰਾ। ਜਿਹੜੇ ਰੱਬ ਦੇ ਲੋਕ ਨੇ ਨਾ, ਹਰ ਕੇ ਲੋਕ, ਆਪਾਂ ਦੁਨੀਆ ਦੇ ਲੋਕ, ਆਪਾਂ ਪਰਿਵਾਰ ਦੇ ਲੋਕ। ਅਸੀਂ ਦੁਨੀਆ ਵੱਲ ਵੇਖ ਕੇ ਤੁਰਦੇ, ਪਰਿਵਾਰ ਵੱਲ ਵੇਖ। ਪਰ ਮਹਾਰਾਜ ਕਹਿਣ ਲੱਗੇ ਹਰ ਕੇ ਲੋਕ, ਜਿਹੜੇ ਹਰੀ ਪ੍ਰਮਾਤਮਾ ਦੇ ਲੋਕ ਨੇ, ਅਵਰ ਨਹੀਂ ਕਾਰਾ, ਉਹਨਾਂ ਨੂੰ ਦੂਜਾ ਕੰਮ ਹੀ ਕੋਈ ਨਹੀਂ। ਅਸੀਂ ਇੱਥੇ ਬੈਠੇ ਆ ਨਾ, ਸਾਡਾ ਮਨ ਘਰ ਦੇ ਕੰਮਾਂ ਵਿੱਚ, ਮੈਂ ਜਾ ਕੇ ਆਹ ਕਰਨਾ, ਫਿਰ ਆਹ ਕਰਨਾ, ਫਿਰ ਆਹ ਕਰਨਾ। ਸ਼ਾਮ ਤੱਕ ਪੂਰਾ ਮੀਨਿਊ ਬਣਿਆ ਹੋਇਆ, ਮੈਂ ਕੀ ਕੀ ਕਰਨਾ ਹੈ। ਫਿਰ ਰਾਤ ਦੇ ਕੰਮ ਕਰਨੇ, ਫਿਰ ਦਿਨੇ ਉੱਠ ਕੇ ਫਿਰ ਕੰਮ ਕਰਨੇ, ਕੱਲ੍ਹ ਨੂੰ ਕੀ ਕਰਨਾ, ਹਫਤੇ 'ਚ ਕੀ ਕਰਨਾ, ਮਹੀਨੇ 'ਚ ਕੀ ਕਰਨਾ। ਸਾਡੇ ਕੰਮਾਂ ਦੀ ਲੰਮੀ ਲਿਸਟ ਬਣੀ ਹੋਈ ਹੈ। ਰੋਜ਼ ਦੀ ਰੋਜ਼ ਅਸੀਂ ਕੰਮ ਨਵੇਂ ਤੋਂ ਨਵਾਂ ਕਰਦੇ, ਪਰ ਕੰਮ ਨਹੀਂ ਮੁੱਕਦੇ। ਕੰਮ ਨਹੀਂ ਮੁੱਕਦੇ, ਬੰਦਾ ਮੁੱਕ ਜਾਂਦਾ। ਪਰ ਸਤਿਗੁਰੂ ਕਹਿ ਰਹੇ ਨੇ ਰੱਬ ਦੇ ਪਿਆਰਿਆਂ ਨੂੰ ਕੋਈ ਕੰਮ ਹੁੰਦਾ ਹੀ ਨਹੀਂ, ਕੇਵਲ ਇੱਕੋ ਕੰਮ ਹੀ ਕਰਦੇ ਨੇ। ਇੱਕ ਕੰਮ ਤੋਂ ਬਿਨਾਂ ਦੂਜਾ ਕੰਮ ਉਹਨਾਂ ਨੂੰ ਆਉਂਦਾ ਹੀ ਨਹੀਂ ਕਰਨਾ। ਕਿਹੜਾ ਕੰਮ ਹੈ? ਹਰ ਕੇ ਲੋਗ
ਖਬਰ ਨਹੀਂ ਕਰ ਰੱਬ ਦਿਆਂ ਲੋਕਾਂ ਨੂੰ ਹੋਰ ਕੋਈ ਕੰਮ ਨਾ ਕਰਨਾ ਆਉਂਦਾ ਤੇ ਨਾ ਉਹ ਕਰਨਾ ਚਾਹੁੰਦੇ। ਭਗਤ ਕਬੀਰ ਸਾਹਿਬ ਜੀਆਂ ਦਾ ਇਤਿਹਾਸ ਪੜ੍ਹਦੇ ਨਾ, ਕਹਿਣ ਲੱਗੇ ਖੱਡੀ ਬੁਣਨ ਦਾ ਕੰਮ ਉਹਨਾਂ ਨੇ ਛੱਡ ਦਿੱਤਾ। ਮਾਂ ਨੇ ਪੁੱਛਿਆ, ਕਹਿਣ ਲੱਗੀ ਪੁੱਤਰ ਕੰਮ ਨਹੀਂ ਕਰਾਂਗੇ ਰੋਟੀ ਕਿੱਥੋਂ ਖਾਵਾਂਗੇ, ਕੰਮ ਕਰ। ਰੱਬ ਦੇ ਭਗਤ ਨੇ ਜਵਾਬ ਦਿੱਤਾ, ਕਹਿਣ ਲੱਗੇ ਮਾਂ ਕੰਮ ਤੇ ਇੱਕੋ ਹੀ ਕਰਨਾ, ਉਹ ਹੈ ਰੱਬ ਦਾ ਨਾਮ। ਰੱਬ ਦੇ ਨਾਮ ਦੇ ਵਿੱਚ ਜਿਹੜਾ ਕੰਮ ਰੁਕਾਵਟ ਪਾਵੇ ਮੈਂ ਉਹ ਕੰਮ ਨਹੀਂ ਕਰਾਂਗਾ, ਪਰ ਰੱਬ ਦਾ ਨਾਮ ਜਪਾਂਗਾ। ਜਬ ਲਗ ਤਾਗਾ ਬਾਹੋ ਦੇਹੀ ਤਬ ਲਗ ਬਿਸਰੈ ਰਾਮ ਸਨੇਹੀ। ਰੱਬ ਨੂੰ ਨਹੀਂ ਭੁੱਲਿਆ ਜਾ ਸਕਦਾ। ਰੱਬ ਦੇ ਭਗਤ ਕੇਵਲ ਇੱਕ ਨਾਮ ਜਪਣ ਦਾ ਕੰਮ ਕਰਦੇ, ਇਹਦੇ ਬਿਨਾਂ ਹੋਰ ਕੋਈ ਕੰਮ ਨਹੀਂ ਕਰਦੇ ਹਨ। ਸੱਚੋ ਠਾਕੁਰ ਸਾਚ ਪਿਆਰਾ। ਸੱਚਾ ਠਾਕੁਰ ਪ੍ਰਮਾਤਮਾ ਪਿਆਰਾ ਲੱਗਦਾ ਹੈ, ਤੇ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਸੱਚੇ ਨਾਮ ਨੂੰ ਪਿਆਰ ਕਰਦੇ। ਉਹ ਪਿਆਰੇ ਬਣ ਕੇ ਸੱਚੇ ਨਾਮ ਨੂੰ ਜਪਦੇ ਹਨ। ਤਨ ਮੈਂ ਮਨੁਆ ਮਨ ਮੈਂ ਸਾਚਾ। ਪਾਤਸ਼ਾਹ ਕਹਿਣ ਲੱਗੇ ਤਨ ਨਾਮ ਗੁਰਮੁਖੋ ਸਰੀਰ ਦਾ। ਸਰੀਰ ਦੇ ਵਿੱਚ ਇਸ ਮਨ ਨੂੰ ਕੰਟਰੋਲ ਕਰਕੇ ਰੱਖਦੇ, ਮਨ ਨੂੰ ਰੋਕ ਕੇ ਰੱਖਦੇ। ਜਿਵੇਂ ਸਾਡਾ ਮਨ ਹਰ ਵੇਲੇ ਭੱਜਾ ਫਿਰਦਾ ਨਾ, ਹਰ ਵੇਲੇ ਸਾਡਾ ਮਨ ਦੌੜਦਾ। ਅਸੀਂ ਘਰੇ ਬੈਠੇ ਹੋਈਏ ਤਾਂ ਵੀ ਭੱਜਦਾ, ਸੁੱਤੇ ਹੋਈਏ ਤਾਂ ਵੀ ਭੱਜਦਾ, ਗੁਰੂ ਘਰੇ ਆ ਜਾਈਏ ਤਾਂ ਵੀ ਭੱਜਦਾ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਾਈ ਇਹ ਜਿਹੜਾ ਮਨ ਸਾਡਾ ਹਰ ਵੇਲੇ ਭੱਜਦਾ ਪਿਆ ਹੈ, ਤਨ ਮਹਿ ਮਨੁਆ, ਗੁਰਮੁਖਾਂ ਨੇ ਇਸ ਤਨ ਦੇ ਵਿੱਚ ਇਸ ਮਨ ਨੂੰ ਰੋਕ ਕੇ ਰੱਖਿਆ ਹੈ। ਤੇ ਮਨ ਮੈਂ ਸੱਚਾ, ਫਿਰ ਇਸ ਮਨ ਦੇ ਵਿੱਚ ਉਹ ਸੱਚੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ। ਸੋ ਸਾਚਾ ਮਿਲ ਸਾਚੇ ਰਾਚਾ। ਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਸੱਚੇ ਦੇ ਨਾਲ ਮਿਲ ਕੇ, ਗੁਰਮੁਖ ਜਿਹੜੇ ਨੇ ਉਹਦੇ ਨਾਮ ਨੂੰ ਜਪ ਕੇ ਸਾਚੇ ਰਾਚਾ, ਸੱਚੇ ਦੇ ਵਿੱਚ ਹੀ ਰਾਚ ਮੇਚ ਜਾਂਦੇ। ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ ਨਾ, ਇਸੇ ਤਰ੍ਹਾਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਸੂਰਜ ਦੀਆਂ ਕਿਰਨਾਂ ਵਿੱਚ ਮਿਲ ਜਾਂਦੀਆਂ, ਇੱਕ ਰੂਪ ਹੋ ਜਾਂਦੀਆਂ। ਪਾਣੀ ਜਿਹੜਾ ਉਹ ਪਾਣੀ ਵਿੱਚ ਮਿਲ ਜਾਂਦਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ। ਉਹਨਾਂ ਗੁਰਮੁਖਾਂ ਦੀ ਜੋਤ ਜਿਹੜੀ ਪ੍ਰਮਾਤਮਾ ਨਾਲ ਮਿਲ ਜਾਂਦੀ ਹੈ, ਉਹਦੇ ਵਿੱਚ ਰਚ ਪਿਚ ਜਾਂਦੇ ਹਨ। ਸੇਵਕ ਪ੍ਰਭ ਕੇ ਲਾਗੈ ਪਾਏ। ਸੇਵਕ ਬਣ ਕੇ ਗੁਰੂ ਦੇ ਚਰਨਾਂ ਦੇ ਨਾਲ ਲੱਗਦਾ ਹੈ, ਫਿਰ ਗੁਰੂ ਬਖਸ਼ਿਸ਼ ਕਰਕੇ ਉਸ ਨੂੰ ਪ੍ਰਮਾਤਮਾ ਮਿਲਾ ਦਿੰਦਾ ਹੈ। ਸਤਿਗੁਰ ਪੂਰਾ ਮਿਲਾਏ। ਜੇ ਪੂਰਾ ਸਤਿਗੁਰੂ ਮਿਲ ਜਾਵੇ ਨਾ, ਪੂਰੇ ਸਤਿਗੁਰੂ ਨੂੰ ਪਹਿਲਾਂ ਲੱਭਣਾ ਪਵੇਗਾ। ਦੁਨੀਆ ਵਿੱਚ ਪਖੰਡੀਆਂ ਦੀ ਗਿਣਤੀ ਬਹੁਤ ਹੈ, ਬਹੁਤਿਆਂ ਵਿੱਚੋਂ ਇੱਕ ਨੂੰ ਲੱਭਣਾ ਬੜਾ ਔਖਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੂਰਾ ਸਤਿਗੁਰ ਮਿਲੇ, ਜੇ ਕਰਕੇ ਪੂਰਾ ਗੁਰੂ ਜਾਵੇ ਮਿਲ, ਸਾਡੀ ਕਿਸਮਤ ਹੋ ਜਾਵੇ ਚੰਗੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਸੇਵਕ ਪ੍ਰਭ ਕਹਿ ਲਾਗੇ ਪਾਏ। ਸੇਵਕ ਬਣ ਕੇ ਤੇ ਪੂਰਿਆਂ ਗੁਰਾਂ ਦੇ ਚਰਨਾਂ ਨਾਲ ਲੱਗ ਜਾਵੇ ਤੇ ਪ੍ਰਭ ਮਿਲਾਵੇ। ਜਦੋਂ ਆਪਾਂ ਗੁਰੂ ਦੇ ਚਰਨਾਂ ਨਾਲ ਲੱਗ ਜਾਵਾਂਗੇ, ਫਿਰ ਗੁਰੂ ਰਹਿਮਤ ਕਰਕੇ ਪ੍ਰਮਾਤਮਾ ਦੇ ਨਾਲ ਮਿਲਾ ਦਿੰਦੇ ਹਨ, ਜੋੜ ਦਿੰਦੇ ਹਨ। ਆਪ ਦਿਖਾਵੇ ਆਪੇ ਦੇਖੈ। ਪ੍ਰਮਾਤਮਾ ਗੁਰੂ ਰੂਪ ਹੋ ਕੇ ਆਪ ਹੀ ਰਾਹ ਵਿਖਾਉਂਦਾ ਹੈ। ਉਹ ਪ੍ਰਮਾਤਮਾ ਚੇਲਾ ਰੂਪ ਹੋ ਕੇ ਆਪੇ ਰਾਹ ਵੇਖਦਾ। ਰਾਹ ਵਿਖਾਉਣ ਵਾਲਾ ਵੀ ਆਪ ਹੈ, ਰਾਹ ਵੇਖਣ ਵਾਲਾ ਵੀ ਆਪ ਹੈ। ਰਾਹ ਵਿਖਾਉਣ ਵਾਲਾ ਵੀ ਆਪ ਹੈ, ਰਾਹ ਤੇ ਚੱਲਣ ਵਾਲਾ ਵੀ ਆਪ ਹੈ। ਗੁਰੂ ਵੀ ਆਪ ਹੈ, ਚੇਲਾ ਵੀ ਆਪ ਹੈ, ਕਿਉਂਕਿ ਉਹ ਸਾਰਿਆਂ ਵਿੱਚ ਮਿਲਿਆ ਹੋਇਆ, ਸਮਾਇਆ ਹੋਇਆ। ਮਹਾਰਾਜ ਕਹਿਣ ਲੱਗੇ ਆਪ ਦਿਖਾਵੇ। ਉਹ ਗੁਰੂ ਰੂਪ ਹੋ ਕੇ ਰਾਹ ਵੀ ਆਪ ਵਿਖਾਉਂਦਾ, ਆਪੇ ਦੇਖੈ, ਆਪੇ ਹੀ ਸਾਰੇ ਰਾਹਾਂ ਨੂੰ ਚੇਲਾ ਹੋ ਕੇ ਵੇਖਦਾ। ਮੁਕਤੀ ਦਾ ਰਾਹ ਵੀ ਆਪ ਵਿਖਾਉਂਦਾ ਹੈ। ਸੇਵਕ ਬਣ ਕੇ ਮੁਕਤੀ ਦੇ ਰਾਹ ਤੇ ਵੀ ਆਪ ਚੱਲਦਾ ਹੈ। ਹਠ ਨਾ ਭਤੀਜਾ ਨਾ ਬਹੁ ਭੇਖਾ। ਪਰਮਾਤਮਾ ਹਠ ਕਰਕੇ ਨਹੀਂ ਜੇ ਮਿਲਦਾ। ਜੇ ਕੋਈ ਬੰਦਾ ਇਹ ਗੱਲ ਕਵੇ ਨਾ ਵੀ ਰੁੱਖ ਦੇ ਨਾਲ ਮੈਂ ਰੱਸਾ ਪਾ ਕੇ ਪੁੱਠਾ ਲਟਕਦਾ ਰਵਾਂਗਾ ਤੇ ਰੱਬ ਮਿਲ ਜਾਵੇਗਾ, ਮੈਂ ਜਿੱਦ ਕਰ ਲਵਾਂ, ਜਿੱਦ ਕਰਕੇ ਪ੍ਰਮਾਤਮਾ ਪ੍ਰਾਪਤ ਨਹੀਂ ਹੁੰਦਾ। ਰੁੱਖਾਂ ਦੇ ਨਾਲ ਲੜਕਿਆਂ, ਠੰਡੇ ਪਾਣੀ ਵਿੱਚ ਬੈਠਿਆਂ, ਪਹਾੜਾਂ ਦੀਆਂ ਕੰਦਰਾਂ ਗੁਫਾਵਾਂ ਵਿੱਚ ਜਾ ਕੇ ਹੱਠ ਦੇ ਨਾਲ ਪ੍ਰਮਾਤਮਾ ਨਹੀਂ ਕਦੇ ਮਿਲਿਆ। ਹੱਠ ਨਾ ਭਤੀਜਾ ਹੈ, ਨਾ ਤੇ ਹੱਠ ਕਰਕੇ, ਨਾ ਬਹੁ ਭਿੱਖ ਹੈ। ਜੇ ਕੋਈ ਬੰਦਾ ਆਖੇ ਨਾ ਵੀ ਮੈਂ ਭੀਖ ਬਦਲ ਲਵਾਂ, ਕਦੇ ਪੈਂਟ ਸ਼ਰਟ ਪਾ ਲਵਾਂ, ਕੁੜਤਾ ਪਜਾਮਾ ਪਾ ਲਵਾਂ, ਕਦੇ ਜਟਾਵਾਂ ਰੱਖ ਲਵਾਂ, ਕਦੇ ਬੋਦੀ ਰੱਖ ਲਵਾਂ,
ਕਦੇ ਭਗਵੇਂ ਕੱਪੜੇ ਪਾ ਲਵਾਂ, ਕਦੇ ਨੀਲੇ ਪਾ ਲਵਾਂ, ਕਾਲੇ ਪਾ ਲਵਾਂ, ਕੱਪੜੇ ਪਾ ਕੇ ਕਈ ਤਰ੍ਹਾਂ ਦੇ ਕੱਪੜੇ ਪਾ ਲਾ, ਕਈ ਤਰ੍ਹਾਂ ਦਾ ਭੇਖ ਬਣਾ ਲਾ, ਭਾਵੇਂ ਜੋਗੀ ਬਣ ਜਾ, ਭਾਵੇਂ ਸੰਨਿਆਸੀ ਬਣ ਜਾ, ਭਾਵੇਂ ਜਟਾ ਰੱਖ ਲਾ, ਭਾਵੇਂ ਜੂੜਾ ਕਰ ਲਾ, ਭਾਵੇਂ ਗੰਜ ਕੱਢ ਲਾ, ਭਾਵੇਂ ਜਿਵੇਂ ਮਰਜ਼ੀ ਬੋਦੀ ਰੱਖ ਲਾ, ਭੇਖ ਜਿਹੜਾ ਮਰਜ਼ੀ ਬਣਾ ਲਾ, ਭੇਖ ਬਣਾਉਣ ਦੇ ਨਾਲ ਪ੍ਰਮਾਤਮਾ ਨਹੀਂ ਉਹ ਮਿਲਦਾ। ਇਹ ਨਹੀਂ ਵੀ ਜੇ ਤੂੰ ਜੋਗੀ ਬਣੇਗਾ ਤਾਂ ਮਿਲ ਜਾਏਗਾ, ਜਟਾ ਰੱਖੇਗਾ ਤਾਂ ਮਿਲ ਜਾਏਗਾ। ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰ ਮੁੜਾਏ। ਕਬੀਰ ਸਾਹਿਬ ਜੀ ਕਹਿਣ ਲੱਗੇ ਲੰਮੇ ਕੇਸ ਕੀ ਕਰਨੇ, ਗੁੜ ਦਾ ਦੁੱਧ ਲਾ ਕੇ ਆਪਣੀਆਂ ਕੇਸਾਂ ਨੂੰ ਬਣਾ ਲੈਣਾ ਜਟਾਵਾਂ। ਲੰਮੀਆਂ ਲੰਮੀਆਂ ਜਟਾਵਾਂ ਸਾਡੇ ਹਿੰਦੁਸਤਾਨ ਦੀ ਧਰਤੀ 'ਤੇ ਕਈ ਇਹੋ ਜਿਹੇ ਸੰਤ ਨੇ, ਮਹਾਤਮਾ ਨੇ ਜਾਂ ਭੇਖ ਨੇ ਵੀ ਉਹਨਾਂ ਨੇ ਜਟਾਵਾਂ ਬੜੀਆਂ ਲੰਮੀਆਂ ਲੰਮੀਆਂ ਬਣਾਈਆਂ, ਪਰ ਲੰਮੀਆਂ ਜਟਾਵਾਂ ਬਣਾਉਣ ਦੇ ਨਾਲ ਪ੍ਰਮਾਤਮਾ ਨਹੀਂ ਮਿਲਦਾ। ਤੇ ਘਰ ਮੁੜਾਏ, ਗੁਰਮੁਖੋ ਘਰ ਮੁੜਾਏ ਤੋਂ ਭਾਵ ਇਹ ਹੁੰਦਾ ਹੈ ਕਿ ਸਾਡੇ ਹਿੰਦੁਸਤਾਨ ਦੀ ਧਰਤੀ 'ਤੇ ਇੱਕ ਮੱਤ ਹੈ, ਜਦੋਂ ਚੇਲਾ ਬਣਾਉਂਦੇ ਨਾ ਤੇ ਚੇਲਾ ਬਣਾਉਣ ਤੋਂ ਪਹਿਲਾਂ ਸਿਰ ਦੇ ਵਿੱਚ ਸਵਾਹ ਪਾਉਂਦੇ, ਤੇ ਫਿਰ ਸਵਾਹ ਪਾ ਕੇ ਤੇ ਸਿਰ ਨੂੰ ਰਗੜਦੇ ਨੇ, ਰਗੜ ਰਗੜ ਕੇ ਸਿਰ ਦੇ ਵਾਲ ਜਿਹੜੇ ਬੁੱਢੋਂ ਕੱਢ ਦਿੰਦੇ, ਬਿਲਕੁਲ ਗੰਜਾ ਕਰ ਦਿੰਦੇ ਵੀ ਦੁਬਾਰਾ ਵਾਲ ਨਾ ਸਿਰ 'ਤੇ ਆਉਣ। ਸਿਰ ਦੇ ਵਿੱਚ ਸਵਾਹ ਵੀ ਪਾਈ ਹੈ, ਸਿਰ ਵੀ ਰਗੜਿਆ, ਰਗੜ ਕੇ ਵਾਲ ਵੀ ਪੁੱਟ ਦਿੱਤੇ, ਬਿਲਕੁਲ ਗੰਜਾ ਕਰ ਦਿੱਤਾ। ਆਖਿਆ ਵੀ ਇਹ ਸਾਡਾ ਚੇਲਾ। ਜਿਵੇਂ ਬੋਧੀ ਨੇ, ਬੋਧੀਆਂ ਦਾ ਵੇਖਿਆ ਨਾ ਸਿਰ ਗੰਜਾ ਹੁੰਦਾ, ਬਿਲਕੁਲ ਸਿਰ ਵਿੱਚ ਸੁਆਹ ਵੀ ਪਵਾ ਲਈ, ਵਾਲ ਵੀ ਬੁੱਢੋਂ ਪੱਟ ਲਿਆ, ਦੁਬਾਰਾ ਉੱਗਣ ਹੀ ਨਾ, ਦੁਬਾਰਾ ਆਉਣ ਹੀ ਨਾ। ਮਹਾਰਾਜ ਕਹਿਣ ਲੱਗੇ ਭਾਵੇਂ ਲਾਂਬੇ ਕੇਸ ਕਰ, ਭਾਵੇਂ ਲੰਮੀਆਂ ਲੰਮੀਆਂ ਜਟਾਵਾਂ ਕਰ ਲਾ ਬੋੜ ਦਾ ਦੁੱਧ ਲਾ ਕੇ, ਤੇ ਭਾਵੇਂ ਘਰ ਮੁੜਾਏ, ਭਾਵੇਂ ਚੰਗੀ ਤਰ੍ਹਾਂ ਬੁੱਢੋਂ ਹੀ ਵਾਲ ਪੱਟ ਦੇ, ਸੁਆਹ ਪਾ ਕੇ ਬੋਧੀ ਬਣ ਜਾ। ਇਸ ਤਰ੍ਹਾਂ ਨਹੀਂ ਉਹ ਪ੍ਰਮਾਤਮਾ ਮਿਲਦਾ, ਭੇਖਾਂ ਵਿੱਚ ਨਹੀਂ ਉਹ ਮਿਲਦਾ। ਜੇ ਕੋਈ ਬੰਦਾ ਆਖੇ ਵੀ ਭਗਵੇਂ ਕੱਪੜੇ ਪਾਵਾਂਗਾ ਰੱਬ ਮਿਲੇਗਾ, ਨਹੀਂ, ਕਾਲੇ ਪਾਵਾਂਗਾ ਤਾਂ ਮਿਲੇਗਾ, ਤਾਂ ਵੀ ਨਹੀਂ ਮਿਲੇਗਾ। ਚਿੱਟੇ ਪਾ ਲਾ, ਨੀਲੇ ਪਾ ਲਾ, ਕੰਨਾਂ ਵਿੱਚ ਬਲੌਰ ਦੀਆਂ ਮੁੰਦਰਾਂ ਪਾ ਕੇ ਜੋਗੀ ਬਣ ਜਾ। ਕਹਿਣ ਲੱਗੇ ਭੇਖਾਂ ਦੇ ਵਿੱਚ ਪ੍ਰਮਾਤਮਾ ਨਹੀਂ ਉਹ ਮਿਲਦਾ, ਭੇਖ ਜਿੰਨੇ ਮਰਜ਼ੀ ਬਣਾ ਲਾ। ਸਤਿਗੁਰੂ ਬਖਸ਼ਿਸ਼ ਕਰਦੇ, ਨਾ ਉਹ ਹੱਠ ਕਰਕੇ, ਨਾ ਉਹ ਭੇਖ ਕਰਕੇ, ਲਿਬਾਸ ਕਰਕੇ ਵੀ ਪ੍ਰਮਾਤਮਾ ਕਿਸੇ ਤੇ ਭਤੀਜਾ ਕਹੀਏ ਪ੍ਰਸੰਨ ਨਹੀਂ ਹੁੰਦਾ ਹੈ। ਘੜ ਭਾਂਡੇ ਜਿਨ ਅੰਮ੍ਰਿਤ ਪਾਇਆ, ਸਰੀਰਾਂ ਰੂਪੀ ਭਾਂਡੇ ਪ੍ਰਮਾਤਮਾ ਨੇ ਘੜੇ ਨੇ। ਉਹ ਪ੍ਰਮਾਤਮਾ ਇਹੋ ਜਿਹਾ ਘੁਮਿਆਰ ਹੈ, ਉਹਨੇ ਇੱਕ ਦੇ ਨਾਲ ਦੂਜਾ ਭਾਂਡਾ ਮਿਲਣ ਨਹੀਂ ਦਿੱਤਾ। ਘਰ ਦੇ ਵਿੱਚ ਮੈਂਬਰ ਨੇ ਨਾ, ਇੱਕ ਮੈਂਬਰ ਦੇ ਨੈਣ ਨਕਸ਼ ਦੂਜੇ ਨਾਲ ਨਹੀਂ ਮਿਲਦੇ। ਉਹ ਪ੍ਰਮਾਤਮਾ ਕਾਰੀਗਰ ਇਹੋ ਜਿਹਾ। ਘਰ ਤਾਂ ਕੀ ਦੁਨੀਆ ਵਿੱਚ ਉਹਨੇ ਇੱਕ ਦੂਜੇ ਦੇ ਨਾਲ ਮਿਲਣ ਨਹੀਂ ਦਿੱਤਾ। ਵੱਖੋ ਵੱਖਰੇ ਸਰੀਰ ਬਣਾਏ, ਵੱਖੋ ਵੱਖਰੇ ਖੂਨ ਦੇ ਗਰੁੱਪ ਬਣਾ ਦਿੱਤੇ, ਪ੍ਰਮਾਤਮਾ ਹੀ ਬਣਾਉਂਦਾ ਪਿਆ ਨਾ। ਸਾਡੀਆਂ ਉਂਗਲਾਂ ਤੇ ਫਿੰਗਰ ਪ੍ਰਿੰਟ ਜਿਹੜੇ ਨੇ ਵੱਖੋ ਵੱਖਰੇ ਬਣਾਏ, ਨਹੀਂ ਮਿਲਣ ਦਿੰਦਾ ਇੱਕ ਨੂੰ ਦੂਜੇ ਦੇ ਨਾਲ। ਅਸੀਂ ਕੋਈ ਖਾਤਾ ਖੁਲਾਉਣ ਵਾਸਤੇ ਜਾਈਏ, ਅਕਾਊਂਟ ਖੁਲਾਉਂਦੇ ਹਾਂ, ਕੋਈ ਕੰਮ ਕਰਦੇ ਹਾਂ, ਸਾਡੀਆਂ ਅੱਖਾਂ ਨੂੰ ਕੈਮਰੇ ਵਿੱਚ ਪਾ ਕੇ ਉਸ ਵੇਲੇ ਫਿੰਗਰ ਲੈ ਜਾਂਦੇ, ਹੱਥਾਂ ਦੇ ਲੈ ਜਾਂਦੇ। ਕਿਉਂ ਲੈ ਜਾਂਦੇ? ਕਿਉਂਕਿ ਇੱਕ ਵਰਗਾ ਦੂਜਾ ਹੈ ਹੀ ਨਹੀਂ। ਪ੍ਰਮਾਤਮਾ ਦੀ ਬਣਤਰ ਹੀ ਇਹੋ ਜਿਹੀ। ਫਿਰ ਗੁਰਮੁਖੋ ਇੱਥੇ ਹੀ ਬਸ ਨਹੀਂ, ਜਿੰਨੇ ਪਰਿਵਾਰ ਦੇ ਮੈਂਬਰ ਨੇ ਸਾਰਿਆਂ ਦਾ ਕਰਮ ਪ੍ਰਮਾਤਮਾ ਨੇ ਵੱਖੋ ਵੱਖਰਾ ਲਿਖਿਆ। ਇੱਕ ਮਾਂ ਬਾਪ ਨੇ, ਬੱਚੇ ਨੇ ਇੱਕ ਮਾਂ ਬਾਪ ਦੇ, ਇੱਕ ਮਾਂ ਦੇ ਪੇਟ ਤੋਂ ਜਨਮੇ। ਇੱਕ ਅਮੀਰ ਹੋ ਗਿਆ, ਰਾਜਾ ਬਣ ਗਿਆ, ਇੱਕ ਵਿਚਾਰਾ ਭਿਖਾਰੀ ਤੁਰਿਆ ਫਿਰਦਾ। ਇੱਕ ਨੂੰ ਬੜਾ ਕੁਝ ਮਿਲ ਗਿਆ, ਇੱਕ ਨੂੰ ਕੁਝ ਨਹੀਂ ਮਿਲਿਆ। ਹੈ ਇੱਕੇ ਘਰ ਵਿੱਚ ਜੰਮੇ, ਪਲੇ, ਖੇਡੇ, ਪੜ੍ਹੇ, ਪਰ ਕੋਈ ਕਿਤੇ ਚਲਾ ਗਿਆ, ਕੋਈ ਕਿਤੇ ਚਲਾ ਗਿਆ। ਕਰਮ ਵੀ ਪ੍ਰਮਾਤਮਾ ਨੇ ਲਿਖਿਆ, ਆਪੋ ਆਪਣਾ ਕਰਮ ਖਿੱਚ ਕੇ ਲੈ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਪ੍ਰਮਾਤਮਾ ਇਹੋ ਜਿਹਾ ਹੈ, ਉਹਨੇ ਇੱਕ ਵਰਗਾ ਭਾਂਡਾ ਦੂਜਾ ਬਣਾਇਆ ਹੀ ਨਹੀਂ। ਨਾ ਸਰੀਰ ਨਾਲ ਸਰੀਰ ਮਿਲਣ ਦਿੱਤੇ, ਖੂਨ ਦੇ ਗਰੁੱਪ ਬਦਲ ਦਿੱਤੇ, ਹੱਥਾਂ ਦੀਆਂ ਰੇਖਾਵਾਂ ਬਦਲ ਦਿੱਤੀਆਂ, ਕਰਮ ਬਦਲ ਦਿੱਤੇ। ਤੇਰੀਆਂ ਉਂਗਲਾਂ ਦੀਆਂ ਲੀਕਾਂ ਨਹੀਂ ਇੱਕ ਦੂਜੇ ਨਾਲ ਮਿਲਣ ਦਿੱਤੀਆਂ। ਉਹ ਪ੍ਰਮਾਤਮਾ ਇਹੋ ਜਿਹਾ ਹੈ। ਘੜ ਭਾਂਡੇ, ਉਹ ਪ੍ਰਮਾਤਮਾ ਘੁਮਿਆਰ ਹੈ। ਜਿਵੇਂ ਘੁਮਿਆਰ ਭਾਂਡੇ ਬਣਾਉਂਦਾ, ਪ੍ਰਮਾਤਮਾ ਸਰੀਰਾਂ ਰੂਪੀ ਭਾਂਡੇ ਬਣਾਉਂਦਾ, ਸਰੀਰ ਬਣਾਉਂਦਾ ਪਿਆ। ਜਿਨ ਅੰਮ੍ਰਿਤ ਪਾਇਆ, ਇਹਦੇ ਵਿੱਚ ਫਿਰ ਅੰਮ੍ਰਿਤ ਨਾਮ ਦੀ ਉਹ ਦਾਤ ਬਖਸ਼ਿਸ਼ ਕਰਦਾ ਹੈ। ਪ੍ਰੇਮ ਭਗਤ ਪ੍ਰਭ ਮਨ ਪਤਿਆਇਆ, ਪ੍ਰੇਮਾ ਭਗਤੀ ਕਰਕੇ ਉਸ ਪ੍ਰਮਾਤਮਾ ਨੂੰ ਪ੍ਰਸੰਨ ਕਰ ਲਿਆ ਹੈ। ਪੜ ਪੜ ਭੁੱਲੇ ਚੋਟਾਂ ਖਾਹੇ, ਨੂੰ ਭੁਲਾ ਕੇ ਕੁਝ ਲੋਕ ਉਹਨੇ ਕੇਵਲ ਗ੍ਰੰਥ ਪੜ੍ਹਨ ਵਿੱਚ ਲੱਗੇ ਹੋਏ। ਮੈਂ ਆਹ ਵੀ ਗ੍ਰੰਥ ਪੜ੍ਹ ਲਵਾਂ, ਆਹ ਵੀ ਗ੍ਰੰਥ ਪੜ੍ਹ ਲਵਾਂ।
ਨਾਮ ਨਹੀਂ ਜਪਦੇ, ਗ੍ਰੰਥ ਪੜ੍ਹਦੇ ਪਏ, ਕਵਿਤਾਵਾਂ ਪੜ੍ਹਦੇ ਪਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੜੇ ਬੜੇ ਸ਼ਾਸਤਰ ਪੜ੍ਹਨ ਵਾਲਿਆ, ਬੜੇ ਬੜੇ ਗ੍ਰੰਥ ਪੜ੍ਹਨ ਵਾਲਿਆ, ਜੇ ਨਾਮ ਨੂੰ ਭੁੱਲ ਗਿਆ, ਨਾਮ ਨੂੰ ਭੁੱਲ ਕੇ ਫਿਰ ਚੋਟਾਂ ਹੀ ਪੈਂਦੀਆਂ, ਜਮਾਂ ਦੇ ਡੰਡੇ ਵੱਜਦੇ, ਜਮਾਂ ਦੇ ਕੋਲੋਂ ਸਜ਼ਾ ਮਿਲਦੀ ਹੈ। ਬਹੁਤ ਸਿਆਣਪ ਆਵੇ ਜਾਹੇ। ਜਿਹੜਾ ਬੰਦਾ ਬੜਾ ਸਿਆਣਾ ਆਪਣੇ ਆਪ ਨੂੰ ਕਹਿੰਦਾ ਨਾ ਵੀ ਮੇਰੇ ਵਰਗਾ ਸਿਆਣਾ ਕੋਈ ਨਹੀਂ, ਉਹ ਵਾਰ-ਵਾਰ ਜੰਮ ਕੇ ਦੁਨੀਆ ਤੇ ਆਉਂਦਾ, ਵਾਰ-ਵਾਰ ਮਰ ਕੇ ਜਾਂਦਾ, ਜੰਮਣ ਤੇ ਮਰਨ ਦੇ ਵਿੱਚ ਉਹ ਪਿਆ ਰਹਿੰਦਾ। ਸਿਆਣੇ ਨੂੰ ਬਹੁਤੇ ਜਨਮ ਪ੍ਰਾਪਤ ਹੁੰਦੇ ਹਨ। ਨਾਮ ਜਪੈ ਭਉ ਭੋਜਨ ਖਾਏ। ਨਾਮ ਜਪਦਾ ਤੇ ਡਰ ਰੂਪੀ ਭੋਜਨ ਖਾਂਦਾ ਹੈ। ਨਾਮ ਜਪਦਾ ਪਿਆ ਔਰ ਪ੍ਰਮਾਤਮਾ ਦਾ ਡਰ ਰੱਖਦਾ ਪਿਆ ਮਨ ਦੇ ਵਿੱਚ, ਹਰ ਵੇਲੇ ਡਰਦਾ ਵੀ ਆਹ ਕਰਮ ਕਰਾਂਗਾ ਰੱਬ ਵੇਖਦਾ ਪਿਆ, ਆ ਪਾਪ ਦਾ ਕਰਮ ਕਰਾਂਗਾ ਪ੍ਰਮਾਤਮਾ ਵੇਖਦਾ, ਮੈਨੂੰ ਸਜ਼ਾ ਦੇਵੇਗਾ। ਜਿਹੜਾ ਇਸ ਤਰ੍ਹਾਂ ਹਰ ਵੇਲੇ ਡਰ ਕੇ ਰਹਿੰਦਾ, ਡਰ ਦਾ ਭੋਜਨ ਛਕਦਾ ਤੇ ਨਾਮ ਜਪਦਾ ਹੈ। ਗੁਰਮੁਖ ਸੇਵਕ ਰਹੇ ਸਮਾਏ। ਗੁਰਮੁਖ ਬਣ ਕੇ ਗੁਰੂ ਦੇ ਸੇਵਕ ਬਣ ਜਾਂਦੇ, ਗੁਰੂ ਦੇ ਸੇਵਕ ਬਣ ਕੇ ਫਿਰ ਨਾਮ ਨੂੰ ਲੈ ਕੇ ਜਪਦੇ, ਫਿਰ ਉਹਦੇ ਵਿੱਚ ਸਮਾ ਜਾਂਦੇ ਹਨ। ਪੂਜ ਸਿਲਾ ਤੀਰਥ ਬਨਵਾਸਾ। ਇਹਨਾਂ ਪਖੰਡ ਦੇ ਸਮੇਤ ਠਾਕੁਰ ਦੀ ਪੂਜਾ ਕਰਦੇ। ਗੁਰਮੁਖੋ ਇੱਥੇ ਬਚਨਾਂ ਦਾ ਧਿਆਨ ਰੱਖਣਾ ਹੈ, ਇਕੱਲੀ ਪੂਜਾ ਕਰਨ ਦੀ ਗੱਲ ਨਹੀਂ ਕੀਤੀ ਹੈ, ਗੱਲ ਇਹ ਕੀਤੀ ਹੈ ਵੀ ਪਖੰਡ ਦੇ ਸਹਿਤ ਹੋ ਕੇ ਠਾਕੁਰ ਦੀ ਪੂਜਾ ਕਰਨੀ। ਜਦੋਂ ਵੇਖਣਾ ਵੀ ਕੋਈ ਆਉਂਦਾ ਪਿਆ ਉਦੋਂ ਮੂਰਤੀ ਦੀ ਪੂਜਾ ਕਰਨ ਲੱਗ ਪਿਆ, ਜਦੋਂ ਚਲਾ ਗਿਆ ਫਿਰ ਉੱਥੇ ਹੀ ਲੰਮੇ ਪੈ ਗਿਆ, ਜਦੋਂ ਕੋਈ ਦੂਜਾ ਆ ਗਿਆ ਵੇਖ ਕੇ ਇਸ਼ਨਾਨ ਕਰਾਉਣ ਲੱਗ ਪਿਆ ਮੂਰਤੀ ਦਾ, ਕਦੇ ਮਿੱਠਾ ਮੂੰਹ ਨੂੰ ਲਾਉਂਦਾ ਪਿਆ ਵੀ ਦੁਨੀਆ ਵੇਖਦੀ ਪਈ ਹੈ। ਜਿਹੜਾ ਵਿਖਾਵੇ ਮਾਤਰ ਦੁਨੀਆ ਨੂੰ ਵਿਖਾ ਕੇ ਪਖੰਡ ਕਰਦਾ, ਅਸਲ ਵਿੱਚ ਅੰਦਰੋਂ ਨਹੀਂ ਪੂਜਾ ਕਰਦਾ ਪਿਆ, ਅੰਦਰੋਂ ਨਹੀਂ ਜੁੜਿਆ, ਕੇਵਲ ਦੁਨੀਆ ਨੂੰ ਵਿਖਾਉਣਾ ਤਾਂ ਮਾੜਾ ਮੋਟਾ ਕਰਨਾ ਪੈਂਦਾ। ਮਹਾਰਾਜ ਕਹਿਣ ਲੱਗੇ ਜਿਹੜੇ ਇਸ ਤਰ੍ਹਾਂ ਦੇ ਲੋਕ ਠਾਕਰ ਦੀ ਪੂਜਾ ਤੇ ਕਰਦੇ, ਪਰ ਕਰਦੇ ਨੇ ਪਖੰਡ ਦੇ ਸਹਿਤ। ਤੇ ਦੂਜਾ ਬਚਨ ਮਹਾਰਾਜ ਨੇ ਆਖਿਆ ਤੀਰਥ ਬਨਵਾਸਾ। ਕੋਈ ਤੀਰਥਾਂ ਤੇ ਯਾਤਰਾ ਕਰਨ ਤੁਰਿਆ ਜਾਂਦਾ, ਮਨ ਨਹੀਂ ਚੱਲਿਆ ਯਾਤਰਾ ਕਰਨ, ਕੇਵਲ ਸਰੀਰ ਲੈ ਕੇ ਜਾਂਦਾ ਪਿਆ। ਦੁਨੀਆ ਨੂੰ ਕਹਿ ਸਕਾਂ ਵੀ ਫਲਾਣੀ ਥਾਂ ਤੇ ਮੈਂ 5 ਵਾਰੀ ਜਾ ਆਇਆ, ਮੈਂ 21 ਵਾਰੀ ਜਾ ਆਇਆ, ਕੇਵਲ ਗਿਣਤੀ ਮਾਰਨ ਵਾਸਤੇ ਚੱਲਿਆ। ਤੀਰਥ ਤੇ ਜਾ ਕੇ ਆਖਦਾ ਦੂਜਿਆਂ ਨੂੰ ਮੈਂ ਤੇ ਬੜੀ ਵਾਰੀ ਇਸ਼ਨਾਨ ਕਰ ਲਿਆ, ਐਤਕੀ ਤੁਸੀਂ ਕਰ ਲਓ, ਮੇਰਾ ਜੀ ਨਹੀਂ ਕਰਦਾ। ਤੀਰਥ ਤੇ ਜਾ ਕੇ ਵੀ ਅੰਦਰ ਜਾ ਕੇ ਨਮਸਕਾਰ ਨਹੀਂ ਕਰਦਾ, ਗੱਡੀ 'ਚ ਬਾਹਰ ਹੀ ਬੈਠਾ ਕਹਿਣ ਲੱਗਾ ਮੈਂ ਤੇ ਕਈ ਵਾਰੀ ਆਇਆ, ਤੁਸੀਂ ਕਰ ਲਓ। ਉਹ ਗਿਣਤੀ ਲੈ ਕੇ ਚੱਲਿਆ, ਗਿਣਤੀ ਕਰਦਾ ਪਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੀਰਥਾਂ ਤੇ ਜਾਂਦਾ ਗਿਣਤੀ ਕਰਨ ਵਾਸਤੇ, ਠਾਕੁਰ ਦੀ ਪੂਜਾ ਕਰਦਾ ਦੁਨੀਆ ਨੂੰ ਵਿਖਾਉਣ ਵਾਸਤੇ। ਤੇ ਕੁਝ ਲੋਕ ਜੰਗਲ ਨੂੰ ਚਲੇ ਜਾਂਦੇ, ਜੰਗਲ ਵਿੱਚ ਜਾ ਕੇ ਵਾਸਾ ਕਰ ਲੈਂਦੇ ਵੀ ਜੰਗਲ ਵਿੱਚ ਰਵਾਂਗਾ। ਕਹਿੰਦੇ ਜਿਹੜੇ ਇਹ ਕਰਮ ਕਰਦੇ ਹਨ ਪਰਮਤ ਡੋਲਤ ਭਏ ਉਦਾਸਾ। ਜੰਗਲ ਵਿੱਚ ਰਹਿ ਕੇ ਉਦਾਸ ਹੁੰਦੇ ਨੇ, ਭਰਮਦੇ ਤੇ ਡੋਲਦੇ ਨੇ, ਵਾਰ-ਵਾਰ ਜਨਮਾਂ ਵਿੱਚ ਆਉਂਦੇ। ਭਰਮਣ ਤੋਂ ਭਾਵ ਹੁੰਦਾ ਵਾਰ-ਵਾਰ ਚੱਕਰ ਲਾਉਣਾ, ਗੋਲ-ਗੋਲ ਘੁੰਮਣਾ। ਉਹ ਜਨਮਾਂ ਦੇ ਗੇੜੇ ਦੇ ਵਿੱਚ ਵਾਰ-ਵਾਰ ਗੋਲ-ਗੋਲ ਘੁੰਮਦੇ ਰਹਿੰਦੇ, ਕਦੇ ਕਿਸ ਜਨਮ ਦੇ ਵਿੱਚ, ਕਦੇ ਕਿਸ ਜਨਮ ਦੇ ਵਿੱਚ ਆਉਂਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਦਾਸ ਹੋ ਕੇ, ਦੁਨੀਆ ਵੱਲੋਂ ਦੁਖੀ ਹੋ ਕੇ ਇਹ ਕਰਮ ਕਰਦੇ ਹਨ। ਮਨ ਮੈਲਾ ਸੂਚਾ ਕਿਉਂ ਹੋਏ। ਜਿੰਨਾ ਚਿਰ ਤੇਰਾ ਮਨ ਮੈਲਾ ਨਾ ਗੁਰਮੁਖਾ, ਉਹਨਾਂ ਚਿਰ ਬਾਹਰੀ ਕਰਮ ਜਿੰਨੇ ਮਰਜ਼ੀ ਕਰੀ ਚੱਲ ਵਿਖਾਵੇ ਵਾਲੇ, ਉਹਨਾਂ ਚਿਰ ਮਨ ਸੁੱਚਾ ਨਹੀਂ ਹੁੰਦਾ ਹੈ। ਸਾਚ ਮਿਲੈ ਪਾਵੇ ਪਤ ਸੋਏ। ਜਿਹੜਾ ਸੱਚ ਨੂੰ ਮਿਲ ਜਾਂਦਾ, ਸੱਚੇ ਨਾਮ ਨੂੰ ਜਪਦਾ, ਪਤ ਕਹੀਏ ਇੱਜ਼ਤ ਪਾਉਂਦਾ ਹੈ। ਆਚਾਰਾ ਵਿਚਾਰ ਸਰੀਰ। ਜਿਸਨੇ ਇਸ ਸਰੀਰ ਦੇ ਵਿੱਚ ਪ੍ਰਮਾਤਮਾ ਦੀ ਵਿਚਾਰ ਕੀਤੀ ਹੈ, ਉਹਦੇ ਕਰਤੱਵਾਂ ਨੂੰ ਵਿਚਾਰਿਆ ਹੈ। ਆਦ ਜੁਗਾਦ ਸਹਿਜ ਮਨ ਧੀਰ। ਆਦ ਜੁਗਾਦ ਤੋਂ ਭਾਵ ਲੈਣਾ ਸਦਾ ਸਦਾ ਵਾਸਤੇ, ਉਸ ਨੂੰ ਸਹਿਜ ਕਹੀਏ ਗਿਆਨ ਪ੍ਰਾਪਤ ਹੋ ਗਿਆ, ਸਦਾ ਵਾਸਤੇ ਸਹਿਜ ਕਹੀਏ ਪ੍ਰਮਾਤਮਾ ਪ੍ਰਾਪਤ ਹੋ ਗਿਆ, ਅਤੇ ਸਦਾ ਵਾਸਤੇ ਉਹ ਧੀਰ ਜਵਾਨ ਉਸਦਾ ਮਨ ਹੋ ਜਾਂਦਾ ਹੈ। ਪਲ ਪੰਕਜ ਮੈਂ ਕੋਟ ਉਧਾਰੇ। ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਰੋੜਾਂ ਦਾ ਉਧਾਰ ਕਰਨ ਵਾਲੇ ਗੁਰੂ ਪਾਤਸ਼ਾਹ ਹਨ। ਕਰ ਕਿਰਪਾ ਗੁਰ ਮੇਲ ਪਿਆਰੇ। ਜਿਨ੍ਹਾਂ ਨੂੰ ਕਿਰਪਾ ਕਰਕੇ ਪਿਆਰਾ ਗੁਰੂ ਮਿਲਿਆ ਨਾ, ਗੁਰੂ ਵਿੱਚ ਬਖਸ਼ਿਸ਼ ਕਿੰਨੀ ਕੁ ਹੈ, ਗੁਰੂ ਵਿੱਚ ਤਾਕਤ ਕਿੰਨੀ ਕੁ ਹੈ। ਗੁਰੂ ਵਿੱਚ ਇੰਨੀ ਤਾਕਤ ਹੈ, ਪਲ ਪੰਕਜ, ਇਹ ਜਿਹੜੇ ਨੇਤਰ ਨੇ ਨਾ ਕਮਲ ਫੁੱਲ ਦੇ ਵਰਗੇ,
ਇਹਨਾਂ ਨੇਤਰਾਂ ਨੂੰ ਪਲ ਕਹੀਏ ਫੁੜਕਣ ਦੇ ਵਿੱਚ, ਨੇਤਰ ਖੋਲ੍ਹਣਾ ਤੇ ਬੰਦ ਕਰਨਾ, ਇੰਨੇ ਸਮੇਂ ਦੇ ਵਿੱਚ ਗੁਰੂ ਇੰਨੀ ਸਮਰੱਥਾ ਰੱਖਦਾ ਹੈ, ਕਰੋੜਾਂ ਦਾ ਉਧਾਰ ਕਰ ਦਿੰਦਾ, ਕਰੋੜਾਂ ਨੂੰ ਮੁਕਤੀ ਦੇ ਦਿੰਦਾ ਗੁਰੂ। ਗੁਰੂ ਵਿੱਚ ਇਹ ਸਮਰੱਥਾ ਹੈ। ਗੁਰੂ ਵਿੱਚ ਕਿੰਨੀ ਕੁ ਤਾਕਤ ਹੈ? ਗੁਰੂ ਵਿੱਚ ਇਹ ਤਾਕਤ ਹੈ, ਜਿੰਨਾ ਸਮਾਂ ਅੱਖ ਨੂੰ ਖੋਲ੍ਹਣ ਤੇ ਮੀਟਣ ਨੂੰ ਲੱਗਦਾ ਹੈ, ਇੰਨੇ ਸਮੇਂ ਵਿੱਚ ਜੇ ਗੁਰੂ ਚਾਹਵੇ ਤੇ ਕਰੋੜਾਂ ਨੂੰ ਮੁਕਤੀ ਦੀ ਦਾਤ ਦੇ ਸਕਦਾ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਗੁਰੂ ਐਸੀ ਸਮਰੱਥਾ ਰੱਖਦੇ ਹਨ। ਕਰ ਕਿਰਪਾ ਗੁਰ ਮੇਲ ਪਿਆਰੇ, ਸਤਿਗੁਰੂ ਕਿਰਪਾ ਕਰੋ, ਐਸੇ ਪਿਆਰੇ ਗੁਰੂ ਨੂੰ ਮਿਲਣਾ ਕਰੋ। ਕਿਸ ਆਗੇ ਪ੍ਰਭ ਤੁਧ ਸਲਾਹੀ, ਪਰਮਾਤਮਾ ਕਿਹਦੇ ਕੋਲ ਜਾ ਕੇ ਤੇਰੀ ਸਿਫਤ ਕਰਾਂ? ਕੋਈ ਇਹੋ ਜਿਹਾ ਬੰਦਾ ਹੋਵੇ, ਕੋਈ ਇਹੋ ਜਿਹਾ ਵਿਅਕਤੀ ਹੋਵੇ, ਦੱਸ ਮੈਂ ਕਿਹਦੇ ਅੱਗੇ ਜਾ ਕੇ ਤੇਰੀ ਸਿਫਤ ਨੂੰ ਕਹਿਣਾ ਕਰਾਂ? ਤੁਧ ਬਿਨ ਦੂਜਾ ਮੈਂ ਕੋ ਨਹੀਂ, ਤੇਰੇ ਬਿਨਾ ਕੋਈ ਦੂਜਾ ਹੈ ਹੀ ਨਹੀਂ। ਜਿਹਦੇ ਸਾਹਮਣੇ ਜਾ ਕੇ ਤੇਰੀ ਸਿਫਤ ਕਰਾਂਗਾ, ਉਹਦੇ ਵਿੱਚ ਵੀ ਤੇ ਤੂੰ ਹੀ ਵਸਿਆ ਹੋਇਆ। ਜਿੱਥੇ ਜਾ ਕੇ ਤੇਰੀ ਵਡਿਆਈ ਕਰਾਂਗਾ, ਤੇਰੇ ਬਿਨਾ ਕੋਈ ਦੂਜਾ ਨਹੀਂ ਹੈ। ਜੋ ਭਾਵੇ ਜੋ ਤੁਧ ਭਾਵੇ ਤਿਉ ਰਾਖ ਰਜਾਏ, ਸਤਿਗੁਰੂ ਜਿਵੇਂ ਆਪ ਜੀ ਨੂੰ ਪਾਉਂਦਾ ਹੈ, ਉਵੇਂ ਮੈਨੂੰ ਆਪਣੀ ਰਜਾ ਵਿੱਚ, ਹੁਕਮ ਦੇ ਵਿੱਚ ਰੱਖਣਾ ਕਰੋ। ਨਾਨਕ ਸਹਿਜ ਭਾਏ ਗੁਣ ਗਾਏ, ਗੁਰੂ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਨੇ ਸਹਿਜੇ ਸ਼ਾਂਤੀ ਦੇ ਨਾਲ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਹੈ, ਤੇ ਭਾਏ ਕਹੀਏ ਪ੍ਰੇਮ ਦੇ ਨਾਲ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਗੁਣ ਗਾਏ ਨੇ, ਉਹ ਸਹਿਜ ਭਾਏ, ਉਹ ਗਿਆਨ ਨੂੰ ਪ੍ਰਾਪਤ ਹੋ ਗਏ, ਉਹ ਮੁਕਤੀ ਨੂੰ ਪ੍ਰਾਪਤ ਹੋ ਜਾਂਦੇ, ਉਹ ਮੁਕਤ ਹੋ ਗਿਆ। ਗੁਰੂ ਕੇ ਸਿੱਖ ਐਸੀਆਂ ਦਾਤਾਂ ਮਿਲੀਆਂ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਵੈ ਸਾਹਿਬ ਸਿਓ ਮੇਲ। ਕਿਸ ਆਗੇ ਪ੍ਰਭ ਤੁਧ ਸਲਾਹੀ, ਤੁਧ ਬਿਨ ਦੂਜਾ ਮੈਂ ਕੋ ਨਹੀਂ, ਜਿਉ ਭਾਵੈ ਜਿਉ ਤੁਧ ਭਾਵੈ ਤਿਉ ਰਾਖ ਰਜਾਏ, ਨਾਨਕ ਸਹਿਜ ਭਾਏ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।